जो सतगुरां दी साजी निवाजी गुरु रूप प्यारी गुरु सवारी साध संगत जी, सतगुरां ने रहमत बख्शिश की है। गुरु दरबार दियां हाजरियां भरन दा सुभाग समा प्राप्त होया है। हर एक प्राणी ते अकाल पुरख महाराज जियां दी बख्शिश हो रही है। कि हर एक प्राणी नूं परमेश्वर दा जस करन दा, परमेश्वर दा जस सुनन दा सुभागा समा प्राप्त हो रहा है। मनुखता दे जीवन दी कोई प्राप्ति हुंदी है। ये मनुख जद भी चलदा है, इहदे मन ही मन दे विच मंजिल तय करन दा, सफ़र करन दा बड़ा शौक पैदा हुंदा है कि मैं परमेश्वर दे सच दे विच लीन हो जावां, तां कि ये जन्म अते मरण तो रहत हो जावां। क्योंकि जमना अते मरना गुरबाणी सतगुरु महाराज जी कहते हैं कि बहुत वड्डी बंदे नूं सज़ा लगी हुई है। और इस सज़ा तो बचन दे वास्ते ही जिन्ने धार्मिक उपराले मनुखता कर रही है, ये सारे दे सारे उपराले इस काम वास्ते है कि जमन अते मरण तो रहत हो जावां, सुख अते दुख तो उपरली जिहड़ी श्रेष्ठ जिंदगी, उत्तम जिंदगी है, आनंद की जिंदगी है, उस दे अंदर मैं प्रवेश कर जावां। क्योंकि संसार हमेशा दो रंगी है। सुख ते दुख इकट्ठे चलते ने, नेकी ते बदी इकट्ठी चलती है, स्वर्ग है, नरक है, ये सब दे सब इकट्ठे चलते ने। दिन है, रात है, जमना है, मरना है, चंगा है, मंदा है, हमेशा ही संसार दो रंगी है, दोने पक्ष बराबर चलते हैं। मनुख ये चाहता है कि इन्हां तो जिहड़ा श्रेष्ठ जीवन है, वो श्रेष्ठ जीवन की प्राप्ति होवे। श्रेष्ठ जीवन स्वर्ग ते नरक तो उच्चा है, सुख ते दुख तो उच्चा है। जमन मरण नहीं आउंदा उस दे विच, दिन अते रात नहीं उस दे विच आउंदे। जे हजे तक भी जिंदगी दिन अते रात, स्वर्ग अते नरक, सुख अते दुख, जमना अते मरना इत्थे ही उलझी पई है, तो हजे तक परमेश्वर दे मार्ग ते ये सुरत करके चलिया नहीं है, शरीर करके चलिया है। तो शरीर जिन्ना टाइम इस धरती ते मनुख दा रहिंदा है, उन्ना टाइम इन्हां दो पक्षी संसार दे नाल इसदा गूढ़ा संबंध बनिया रहिंदा है। दिन अते रात दे नाल भी बनिया रहेगा, स्वर्ग ते नरक दे नाल भी, नेकी ते बदी दे नाल भी, सुखां दे नाल भी, दुखां दे नाल भी, चंगे दे नाल भी, मंदे दे नाल भी, इहदे नाल संबंध बने ही रहेगा। तो इन्हां तो जिहड़ा श्रेष्ठ जीवन है,
ਅਸੀਂ ਉਹ ਸ੍ਰੇਸ਼ਟ ਜੀਵਨ ਦੀ ਤਲਾਸ਼ ਵਾਸਤੇ ਪਰਮਾਤਮਾ ਦੇ ਘਰ ਵਿੱਚ ਪਹੁੰਚਦੇ ਹਾਂ ਕਿ ਉਹ ਸ੍ਰੇਸ਼ਟ ਜੀਵਨ ਮਿਲੇ ਜਿਹਦੇ ਵਿੱਚ ਸਵਰਗ ਅਤੇ ਨਰਕ, ਸੁੱਖ ਅਤੇ ਦੁੱਖ, ਦਿਨ ਅਤੇ ਰਾਤ ਇਹ ਬਹੁਤ ਛੋਟੇ ਹੋ ਜਾਣ। ਕਿਉਂਕਿ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੇ ਇਹ ਸਵਰਗ ਅਤੇ ਨਰਕ ਦੋਨੇ ਰੱਦ ਕੀਤੇ ਹੋਏ ਨੇ। ਕਵਨ ਨਰਕ ਕਿਆ ਸਵਰਗ ਵਿਚਾਰਾ, ਸੰਤਨ ਦਊ ਰਾਧੇ, ਰੱਦ ਕੀਤੇ ਹੋਏ ਨੇ। ਸਵਰਗ ਸਵੈ ਵਰਗ, ਆਪਣੇ ਵਰਗਾ ਵਰਗ ਹੋਵੇ, ਜੋ ਕੁਛ ਦੇਖਣਾ ਦੇਖਣ ਵਾਸਤੇ ਹੋਵੇ, ਜੋ ਕੁਛ ਖਾਣਾ ਖਾਣ ਵਾਸਤੇ ਹੋਵੇ, ਜਿਹੋ ਜਿਹਾ ਕੁਛ ਪਹਿਨਣਾ ਹੈ ਪਹਿਨਣ ਵਾਸਤੇ ਹੋਵੇ, ਇਹ ਸਾਰਾ ਕੁਛ ਹੋਵੇ ਤੇ ਉਹਨੂੰ ਸਵਰਗ ਕਹਿੰਦੇ ਨੇ। ਨਰਕ ਉਸ ਨੂੰ ਕਹਿੰਦੇ ਨੇ ਦੇਖਣ ਵਾਸਤੇ ਵੀ ਕੁਛ ਨਹੀਂ ਹੈ, ਖਾਣ ਵਾਸਤੇ ਬਹੁਤੇ ਪਦਾਰਥ ਨਹੀਂ ਹੈ, ਚੰਗੇ ਪਾਉਣ ਵਾਸਤੇ ਵਸਤਰ ਨਹੀਂ ਹੈ, ਜੋ ਕੁਛ ਸਰੀਰ ਨੂੰ ਚਾਹੀਦਾ ਉਹ ਨਹੀਂ ਹੈ, ਨਰਕ ਦੀ ਜ਼ਿੰਦਗੀ ਹੈ। ਹੋਰ ਕੋਈ ਸਵਰਗ ਨਰਕ ਇਹ ਨਹੀਂ ਹੈ ਕਿ ਮਨੁੱਖ ਨੂੰ ਕੋਈ ਜਦ ਸਰੀਰ ਛੱਡ ਜਾਂਦਾ ਅਤੇ ਉਸ ਤੋਂ ਬਾਅਦ ਕੋਈ ਗਾਹਾਂ ਸਵਰਗ ਨਰਕ ਮਿਲਦੇ ਨੇ। ਸੰਸਾਰ ਦੇ ਵਿੱਚ ਹੀ ਹੈ ਸਭ ਕੁਝ। ਅਤੇ ਮਨੁੱਖ ਨੂੰ ਪਰਮਾਤਮਾ ਇਸ ਜ਼ਿੰਦਗੀ ਨੂੰ ਇੰਨੀ ਸ੍ਰੇਸ਼ਟ ਬਣਾ ਜਾਂਦੇ ਨੇ ਕਿ ਸਵਰਗ ਅਤੇ ਨਰਕ ਬਿਲਕੁਲ ਥੱਲੇ ਰਹਿ ਜਾਂਦੇ ਨੇ। ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੇ ਤੇ ਰੱਦ ਕੀਤੇ ਨੇ ਸਵਰਗ ਨਰਕ। ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਊ ਰਾਧੇ। ਸੁੱਖ ਅਤੇ ਦੁੱਖ ਇਹ ਸਾਰੇ ਦੇ ਸਾਰੇ ਰੱਦ ਕੀਤੇ ਹੋਏ ਨੇ। ਇਸ ਚੀਜ਼ਾਂ ਤੋਂ ਜਿਹੜੀ ਉੱਤਰੀ ਜ਼ਿੰਦਗੀ ਹੈ, ਸ੍ਰੇਸ਼ਟ ਜ਼ਿੰਦਗੀ ਹੈ, ਉਹ ਜ਼ਿੰਦਗੀ ਦੀ ਤਲਾਸ਼ ਦੇ ਵਿੱਚ ਮਨੁੱਖ ਆਉਂਦਾ ਹੈ ਪਰਮਾਤਮਾ ਦੇ ਘਰ ਵਿੱਚ। ਜਿਹੜੇ ਪਰਮਾਤਮਾ ਦੇ ਘਰ ਦੇ ਵਿੱਚ ਸੇਵਾ ਕਰਨੀ ਆ, ਸਿਮਰਨ ਕਰਨੀ ਹੈ, ਸੁਰਤ ਪਰਮਾਤਮਾ ਦੇ ਘਰ ਦੇ ਵਿੱਚ ਰੱਖਣੀ ਹੈ ਨਾ, ਇਹ ਮਨੁੱਖ ਪਰਮਾਤਮਾ ਦੇ ਘਰ ਦੇ ਵਿੱਚੋਂ ਉਸ ਜ਼ਿੰਦਗੀ ਦੀ ਤਲਾਸ਼ ਵਿੱਚ ਆਉਂਦਾ ਜਿਹਦੇ ਵਿੱਚ ਸੁੱਖ ਦੁੱਖ ਨਹੀਂ ਹੈ, ਸਵਰਗ ਨਰਕ ਨਹੀਂ ਹੈ, ਜਿਸ ਦੇ ਵਿੱਚ ਇਹ ਦਿਨ ਅਤੇ ਰਾਤ ਨਹੀਂ ਹੈ, ਜਿਹੜੀ ਜ਼ਿੰਦਗੀ ਦੇ ਵਿੱਚ ਬਿਲਕੁਲ ਵੀ ਕੋਈ ਦੁੱਖ ਨਹੀਂ। ਐਸਾ ਸ੍ਰੇਸ਼ਟ ਜੀਵਨ ਬਣਾਉਣ ਵਾਸਤੇ ਇਹ ਪਰਮਾਤਮਾ ਦੇ ਘਰ ਦੇ ਵਿੱਚ ਆਉਂਦਾ ਹੈ। ਪਰ ਇਹ ਸ੍ਰੇਸ਼ਟ ਜੀਵਨ ਬਣਾਉਣ ਵਾਸਤੇ ਮਨੁੱਖ ਦੀ ਜਿਹੜੀ ਸੁਰਤ ਹੈ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਹੋਣੀ ਅਤੀ ਲਾਜ਼ਮੀ ਜ਼ਰੂਰੀ ਹੈ। ਕਿਉਂਕਿ ਸੁਰਤ ਕਰਕੇ ਹੀ ਅਕਾਲ ਪੁਰਖ ਮਹਾਰਾਜ ਜੀ ਬੰਦੇ ਦੀ ਪਹਿਚਾਣ ਕਰਦੇ ਨੇ। ਬੰਦਾ ਕਿੰਨਾ ਕੁ ਚੰਗਾ ਹੈ, ਕਿੰਨਾ ਕੁ ਮੰਦਾ ਹੈ, ਕੀ ਕਰਦਾ ਹੈ, ਕੀ ਅੱਜ ਤੱਕ ਕੀਤਾ, ਕੀ ਆਉਣ ਵਾਲੇ ਸਮੇਂ ਦੇ ਵਿੱਚ ਕਰੇਗਾ, ਇਹਨਾਂ ਸਾਰੀਆਂ ਚੀਜ਼ਾਂ ਦੀ ਪਰਖ ਤੇ ਦੁਨੀਆ ਕਰ ਲੈਂਦੀ ਹੈ। ਪਰ ਸੁਰਤ ਕਰਕੇ ਕੌਣ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਇਆ ਹੈ, ਇਹ ਸੁਰਤ ਕਰਕੇ ਕਿਸ ਦਾ ਭਲਾ ਹੋਣਾ ਹੈ, ਕਦ ਹੋਣਾ ਹੈ, ਇਹ ਕੇਵਲ ਤੇ ਕੇਵਲ ਅਕਾਲ ਪੁਰਖ ਮਹਾਰਾਜ ਜੀ ਜਾਣਦੇ ਨੇ। ਸੁਰਤ ਕਰਕੇ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਤੋਂ ਚੱਲੇ ਨੇ ਦੱਖਣ ਦੇ ਵੱਲ, ਅਤੇ ਰਾਜਸਥਾਨ ਦੇ ਵਿੱਚ ਕਲਗੀਧਰ ਮਹਾਰਾਜ ਇੱਕ ਨਗਰ ਦੇ ਵਿੱਚ ਰੁਕੇ ਨੇ। ਨਗਰ ਦੇ ਵਿੱਚ ਰੁਕੇ ਅਤੇ ਉੱਥੋਂ ਨਗਰ ਦੇ ਜਿਹੜੇ ਲੋਕ ਸੀ, ਜੈਨ ਮੱਤ ਦੇ ਜ਼ਿਆਦਾ ਲੋਕ ਰਹਿੰਦੇ ਸਨ ਉਹਨਾਂ ਨਗਰਾਂ ਦੇ ਵਿੱਚ। ਵੱਖੋ ਵੱਖਰੇ ਧਰਮ ਨੇ ਦੁਨੀਆ ਦੇ, ਅਤੇ ਸਾਰੇ ਧਰਮ ਜਿਹੜੇ ਨੇ ਉਹ ਬੜੇ ਸਤਿਕਾਰਯੋਗ ਨੇ। ਵੱਖੋ ਵੱਖਰੇ ਗ੍ਰੰਥ ਨੇ, ਗ੍ਰੰਥ ਵੀ ਸਤਿਕਾਰਯੋਗ ਨੇ। ਹਾਂ, ਸਾਰੇ ਧਰਮਾਂ ਦੇ ਵਿੱਚ ਸਾਰੇ ਧਰਮ ਚੰਗੇ ਨੇ, ਉਹਨਾਂ ਦੇ ਵਿੱਚ ਕੋਈ ਬੰਦੇ ਜ਼ਰੂਰ ਮੰਦੇ ਹੋ ਸਕਦੇ ਨੇ। ਸਰਵੋਤਮ ਧਰਮ ਹੈ, ਸ੍ਰੇਸ਼ਟ ਧਰਮ ਹੈ ਸਿੱਖ ਧਰਮ। ਸ੍ਰੇਸ਼ਟ ਨੇ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹਦੇ ਵਿੱਚ
ਜਿਹੜੇ ਸਮਾਜ ਦੇ ਵਿੱਚ ਧਰਮ ਵੱਖੋ ਵੱਖਰੇ ਨੇ। ਗੁਰਬਾਣੀ ਨੇ ਇੱਕ ਬਚਨ ਕੀਤਾ, ਸਿਰ ਖੁਹਾਏ ਪੀਹੈ ਮਲਵਾਣੀ, ਜੂਠਾ ਮੰਗ ਮੰਗ ਖਾਹੀ, ਫੁੱਲ ਫਦਿਅਤ ਮੋਇ ਲੈਣ ਪੜਾਸਾ, ਪਾਣੀ ਦੇਖ ਸਗਾਈ। ਦੁਨੀਆ ਦੇ ਵਿੱਚ ਧਰਮ ਕਿੰਨੇ ਪ੍ਰਕਾਰ ਦੇ ਨੇ। ਇੱਕ ਧਰਮ ਐਸਾ ਵੀ ਹੈ ਜਿਹੜੇ ਆਪਣੇ ਸਿਰ ਦੇ ਜਿਹੜੇ ਬਾਲ ਨੇ ਨਾ, ਜਦੋਂ ਕੋਈ ਬੱਚੇ ਨੂੰ ਧਰਮ ਦੇ ਅੰਦਰ ਉਹ ਪ੍ਰਵੇਸ਼ ਕਰਦੇ ਨੇ ਆਪਣੇ ਨੂੰ, ਤੇ ਉਸ ਬੱਚੇ ਦੇ ਜਿਹੜੇ ਸਿਰ ਦੇ ਬਾਲ ਨੇ, ਉਹਨਾਂ ਸਿਰ ਦੇ ਬਾਲਾਂ ਨੂੰ ਹੱਥਾਂ ਦੇ ਨਾਲ ਬਲੁੰਦਰ ਬਲੁੰਦਰ ਕੇ ਪੱਟਿਆ ਜਾਂਦਾ ਹੈ, ਤੇ ਉਹਦੇ ਸਾਰੇ ਜਿਹੜੇ ਸਿਰ ਦੇ ਵਾਲ ਨੇ ਉਹ ਪੱਟੇ ਜਾਂਦੇ ਨੇ, ਤੇ ਕੋਲ ਉਹਦੇ ਜਿਹੜੇ ਹੈ ਬੜੀ ਵੱਡੀ ਤਾਦਾਦ ਦੇ ਵਿੱਚ ਢੋਲ ਵਜਾਏ ਜਾਂਦੇ ਨੇ, ਤਾਂ ਕਿ ਜਿਹੜੀਆਂ ਉਹ ਬੱਚੇ ਦੀਆਂ ਚੀਕਾਂ ਨੇ ਉਹ ਕਿਸੇ ਨੂੰ ਬਹੁਤੀ ਦੂਰ ਤੱਕ ਨਾ ਸੁਣਨ। ਬਹੁਤ ਢੋਲ ਵਜਾਏ ਜਾਂਦੇ ਨੇ। ਇਹ ਉਹਨਾਂ ਦੇ ਧਰਮ ਦੀ ਮਰਿਆਦਾ ਪਰੰਪਰਾ ਬਣੀ ਹੋਈ ਹੈ। ਫੁੱਲ ਫਦਿਅਤ ਮੋਇ ਲੈਣ ਪੜਾਸਾ, ਪਾਣੀ ਦੇਖ ਸਗਾਹੀ। ਆਪਣੀ ਵਿਸ਼ਟਾ ਕਰਕੇ ਉਹਨੂੰ ਫਰੋਲ ਫਰੋਲ ਕੇ ਉਸ ਦੇ ਵਿੱਚੋਂ ਹਵਾੜ ਲੈਂਦੇ ਰਹਿੰਦੇ ਨੇ। ਇਹ ਵੀ ਲੋਕ ਧਰਮੀ ਨੇ, ਉਹ ਵੀ ਲੋਕ ਧਰਮੀ ਨੇ। ਕਹਿੰਦੇ ਉਹ ਸਾਰੀ ਜ਼ਿੰਦਗੀ ਆਪਣਾ ਜਿਹੜਾ ਮੁਖੜਾ ਹੈ ਇਹਨੂੰ ਕਦੇ ਨਹੀਂ ਸਵਾਰਦੇ, ਤੇ ਮੁਖੜੇ ਦੇ ਵਿੱਚ ਜਿਹੜੇ ਦੰਦ ਨੇ ਨਾ, ਇਹਨਾਂ ਦੰਦਾਂ 'ਤੇ ਮੈਲ ਜੰਮ ਜੇ। ਕਿੰਨੀ ਮੈਲ? ਕਹਿੰਦੇ ਇੱਕ ਢਾਲਾ ਲੈ ਕੇ, 1 ਰੁਪਈਆ ਲੈ ਕੇ ਉਹਦੇ ਦੰਦਾਂ ਦੇ ਨਾਲ ਲਾਇਆ ਜਾਂਦਾ ਹੈ, ਤੇ ਜੇ ਉਹਦੇ ਦੰਦਾਂ 'ਤੇ ਇੰਨੀ ਮੈਲ ਹੋਵੇ ਵੀ ਰੁਪਈਆ ਉਹਦੇ ਦੰਦਾਂ ਦੇ ਵਿੱਚ ਖੜ ਜੇ, ਫਿਰ ਉਹਨੂੰ ਕਹਿੰਦੇ ਕਿ ਤੂੰ ਸਾਡੇ ਧਰਮ ਦੇ ਅੰਦਰ ਹੁਣ ਪ੍ਰਵੇਸ਼ ਕਰ ਗਿਆ। ਜਾਣੀ ਕਿ ਦੁਨੀਆ ਦੇ ਵਿੱਚ ਇਹੋ ਜਿਹੇ ਅਸੀਂ ਤੇ 4-5 ਧਰਮਾਂ ਨੂੰ ਜਾਣਦੇ ਹਾਂ, ਜਿਹੜੇ ਸਿਲਸਿਲਾਵਾਰ ਗੁਰਮੁਖ ਸੱਜਣ ਜਨ ਗੁਰਬਾਣੀ ਪੜ੍ਹਦੇ ਨੇ ਨਾ, ਬੜੇ ਧਰਮਾਂ ਦੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਦੇ ਨੇ, ਮਨੁੱਖਤਾ ਨੂੰ ਸੇਧ ਦੇਣ ਵਾਸਤੇ, ਸੇਧ ਦੇਣ ਵਾਸਤੇ ਉਹਨੂੰ ਗੁਰੂ ਮੰਨ ਲੈਂਦੇ ਨੇ। ਪਰ ਗੁਰੂ ਸਾਹਿਬ ਜੀ ਮਹਾਰਾਜ ਨੇ, ਗੁਰੂ ਨਾਨਕ ਮਹਾਰਾਜ ਨੇ, ਅਕਾਲ ਪੁਰਖ ਨੇ ਇਹੋ ਜਿਹਾ ਜੀਵਨ ਹੋਰ ਕਿਸੇ ਨੂੰ ਨਹੀਂ ਬਖਸ਼ਿਆ ਸੀ ਜੈਸਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਮਨੁੱਖਤਾ ਨੂੰ ਇੱਥੇ ਆ ਕੇ ਬਖਸ਼ਿਆ। ਤਾਂ ਹੀ ਤੇ ਜਿੰਨਾ ਵਿਸ਼ਵ ਸੀ, ਜਿੱਥੇ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗਏ, ਹਰ ਇੱਕ ਜਗ੍ਹਾ 'ਤੇ ਗੁਰੂ ਨਾਨਕ ਨੂੰ ਸਜਦਾ ਹੁੰਦੀਆਂ ਨੇ, ਕਿਉਂਕਿ ਉਹਨਾਂ ਨੇ ਇਸ ਜੀਵਨ ਨੂੰ ਉਲਝਾਇਆ ਨਹੀਂ ਹੈ। ਉਲਝੇ ਹੋਏ ਜੀਵਨਾਂ ਨੂੰ ਸ੍ਰੇਸ਼ਟ ਜੀਵਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਬਣਾਇਆ ਹੈ। ਤੇ ਜਿੰਨੇ ਮਨੁੱਖਤਾ ਦੇ ਜੀਵਨ ਅੱਜ ਉਲਝੇ ਹੋਏ ਨੇ, ਸੁੱਖ ਦੁੱਖ ਦੇ ਵਿੱਚ, ਦਿਨ ਰਾਤ ਦੇ ਵਿੱਚ, ਸਵਰਗ ਨਰਕ ਦੇ ਵਿੱਚ, ਨੇਕੀ ਬਦੀ ਦੇ ਵਿੱਚ, ਇਹਨਾਂ ਦੇ ਸਾਰੀ ਦੀ ਸਾਰੀ ਉਲਝੀ ਹੋਈ ਤਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੁਲਝਾਉਂਦੇ ਨੇ। ਅਗਰਵਾਈਜ਼ ਜੇ ਮਨੁੱਖ ਚਾਹਵੇ ਕਿ ਦੁਨੀਆ ਦੇ ਵਿੱਚੋਂ ਮੇਰੀ ਉਲਝੀ ਹੋਈ ਤਾਣੀ ਕੋਈ ਸੁਲਝਾ ਦੇਵੇਗਾ, ਐਸਾ ਨਹੀਂ ਹੈ। ਜੇ ਇੱਕ ਦੁੱਖ ਨੂੰ ਸੁਲਝਾਇਆ ਤੇ ਦੂਜਾ ਬਰਾਬਰ ਖੜਾ ਹੈ। ਇੱਕ ਝਗੜਾ ਨਿਬੇੜਾਂਗੇ, ਹੋਰ ਝਗੜੇ ਪੈਦਾ ਹੋ ਜਾਂਦੇ ਨੇ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਸ੍ਰੇਸ਼ਟ ਜੀਵਨ ਦੀ ਤਲਾਸ਼ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ ਕੋਲ ਬੈਠ ਕੇ ਅਸੀਂ ਸੰਗਤ ਕਰਦੇ ਹਾਂ, ਤਾਂ ਕਿ ਸ੍ਰੇਸ਼ਟ ਜੀਵਨ ਮਿਲੇ। ਇਹ ਦਿਨ ਅਤੇ ਰਾਤ, ਸਵਰਗ ਅਤੇ ਨਰਕ, ਸੁੱਖ ਅਤੇ ਦੁੱਖ ਤੋਂ, ਇਹ ਤੋਂ ਜਿਹੜਾ ਸ੍ਰੇਸ਼ਟ ਜੀਵਨ ਹੈ ਉਹ ਮਿਲੇ, ਤਾਂ ਕਿ ਇਹ ਸਾਡੇ ਵਾਸਤੇ ਬਹੁਤ ਛੋਟੇ ਰਹਿ ਜਾਣ। ਉਸ ਜੀਵਨ ਦੀ ਤਲਾਸ਼ ਦੇ ਵਿੱਚ ਮਨੁੱਖ ਪਰਮਾਤਮਾ ਦੇ ਘਰ ਦੇ ਵਿੱਚ ਆਉਂਦਾ ਹੈ, ਹੋਰ ਕੋਈ ਦੂਸਰੇ ਕਰਮ ਵਾਸਤੇ ਨਹੀਂ ਆਉਂਦਾ। ਉਹ ਗੱਲ ਵੱਖਰੀ ਹੈ ਕਿ ਪਰਮਾਤਮਾ ਦੇ ਘਰ ਦੇ ਵਿੱਚ ਆ ਕੇ ਕੋਈ ਪਰਮਾਤਮਾ ਤੋਂ ਕੁਛ ਮੰਗ ਲੈਂਦਾ ਹੈ, ਕੋਈ ਪਰਮਾਤਮਾ ਤੋਂ ਕੁਛ ਮੰਗ ਲੈਂਦਾ ਹੈ। ਬਹੁਤੇ ਦੁਨੀਆਦਾਰੀ ਦੇ ਵਿੱਚ ਐਸੇ ਵੀ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਸੌਦੇਬਾਜ਼ੀ ਵੀ ਕਰਦੇ ਨੇ, ਵਪਾਰ ਵੀ ਕਰਦੇ ਨੇ। ਮਹਾਰਾਜ ਤੂੰ ਸਾਡਾ ਇਹ ਕਾਰਜ ਕਰ ਦੇ, ਅਸੀਂ ਆਪਣੇ ਘਰ ਦੇ ਵਿੱਚ
ਇਹ ਅਖੰਡ ਪਾਠ ਸਾਹਿਬ ਕਰਵਾਵਾਂਗੇ, ਕੋਈ ਸਹਿਜ ਪਾਠ ਕਰਾਵਾਂਗੇ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰਵਾਵਾਂਗੇ। ਤੋ ਸ੍ਰੇਸ਼ਟ ਜੀਵਨ ਦੇ ਤਲਾਸ਼ ਵਿੱਚ ਤੇ ਸ੍ਰੇਸ਼ਟ ਆਤਮਾ ਜਿਹੜੀ ਹੈ ਉਹਨੂੰ ਅਕਾਲ ਪੁਰਖ ਮਹਾਰਾਜ ਜੀ ਪਹਿਚਾਨ ਲੈਂਦੇ ਨੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ, ਉੱਥੇ ਜੈਨ ਲੋਕ ਦੇ ਲੋਕ ਰਹਿੰਦੇ ਸਨ ਤੇ ਉਹਨਾਂ ਨੇ ਕਬੂਤਰਾਂ ਨੂੰ ਚੋਗਾ ਪਾਉਂਦੇ ਸਨ। ਬੜੀ ਵੱਡੀ ਤਾਦਾਦ ਦੇ ਵਿੱਚ ਉਸ ਨਗਰ ਦੇ ਵਿੱਚ ਕਬੂਤਰ ਰਹਿੰਦੇ ਸੀ। ਵੱਡੀ ਤਾਦਾਦ ਦੇ ਵਿੱਚ ਕਬੂਤਰ ਰਹਿੰਦੇ ਸਨ। ਜਦੋਂ ਕਲਗੀਧਰ ਮਹਾਰਾਜ ਲੰਘਣ ਲੱਗੇ ਤੇ ਬਹੁਤੇ ਕਬੂਤਰ ਹੋਣ ਕਾਰਨ ਕਰਕੇ ਇੱਕ ਕਬੂਤਰ ਕਲਗੀਧਰ ਮਹਾਰਾਜ ਦੇ ਘੋੜੇ ਥੱਲੇ ਆ ਗਿਆ ਤੇ ਉਹਨੇ ਆਪਣੇ ਪ੍ਰਾਣ ਤਿਆਗਤੇ। ਜਦ ਉਹਨੇ ਪ੍ਰਾਣ ਤਿਆਗਤੇ ਨਾ, ਜਿਹੜੇ ਪਿੰਡ ਦੇ ਲੋਕ ਸੀਗੇ ਇਹ ਸਾਰੇ ਦੇ ਸਾਰੇ ਮਿੰਟੋ ਮਿੰਟੀ ਇਕੱਠੇ ਹੋ ਗਏ, ਕਿਉਂਕਿ ਉਹ ਕਬੂਤਰਾਂ ਨੂੰ ਚੋਗਾ ਪਾਉਂਦੇ ਸਨ। ਕਬੂਤਰ ਉਹਨਾਂ ਨੇ ਰੱਖੇ ਹੋਏ ਸੀ ਸਾਰੇ ਪਿੰਡ ਨੇ, ਤੇ ਸਾਰੇ ਦੇ ਸਾਰੇ ਇਕੱਠੇ ਹੋ ਗਏ। ਸਾਡੇ ਨਗਰ ਵਿੱਚ ਆ ਕੇ ਸਾਡੇ ਨਗਰ ਦੇ ਰੱਖੇ ਹੋਏ ਕਬੂਤਰਾਂ ਦੇ ਵਿੱਚੋਂ ਤੁਸੀਂ ਇੱਕ ਕਬੂਤਰ ਨੂੰ ਕਿਉਂ ਮਾਰ ਦਿੱਤਾ? ਕਲਗੀਧਰ ਮਹਾਰਾਜ ਨੂੰ ਆ ਕੇ ਕਹਿਣ ਲੱਗੇ। ਇਹ ਤੇ ਅਸੀਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇਹਨਾਂ ਨੂੰ ਅਸੀਂ ਪਾਲਿਆ ਹੋਇਆ, ਪਿਆਰ ਤੇ ਸਤਿਕਾਰ ਦੇ ਨਾਲ ਪਾਲਿਆ ਹੋਇਆ, ਤੇ ਤੁਸੀਂ ਸਾਡੇ ਨਗਰ ਖੇੜੇ ਦੇ ਵਿੱਚ ਆ ਕੇ ਅਸੀਂ ਕਬੂਤਰਾਂ ਦੀ ਰਾਖੀ ਕਰਦੇ ਹਾਂ ਤੇ ਤੁਸੀਂ ਸਾਡੇ ਨਗਰ ਖੇੜੇ ਵਿੱਚ ਆ ਕੇ ਕਬੂਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਧੰਨ ਕਲਗੀਧਰ ਮਹਾਰਾਜ ਕਹਿਣ ਲੱਗੇ, ਗੁਰਮੁਖੋ ਅਸੀਂ ਦੱਖਣ ਦਿਸ਼ਾ ਵੱਲ ਜਾ ਰਹੇ ਸੀ, ਇਹ ਨਗਰ ਤੁਹਾਡੇ ਖੇੜੇ ਦੇ ਵਿੱਚ ਆਉਣਾ ਹੀ ਇਸੇ ਕਰਕੇ ਸਬਬ ਬਣਿਆ ਸੀ। ਅਸੀਂ ਇਸੇ ਕਬੂਤਰ ਕਰਕੇ ਹੀ ਆਏ ਸੀ ਇੱਥੇ। ਕਲਗੀਧਰ ਮਹਾਰਾਜ ਦੀ ਗੱਲ ਨੂੰ ਸਮਝੇ ਕੌਣ? ਕਦੇ ਜਦੋਂ ਕੋਈ 5, 10, 20, 50 ਜਾਣੇ ਇਕੱਠੇ ਹੋ ਜਾਂਦੇ ਨੇ, ਕਦੇ ਇਕੱਲੇ ਦੀ ਗੱਲ ਸੁਣਨ ਵਾਸਤੇ ਤਿਆਰ ਹੁੰਦੇ ਨੇ। ਇਹ ਇਕੱਲੇ ਦੀ ਗੱਲ ਸੁਣਨ ਵਾਸਤੇ ਨਹੀਂ ਹੈ। ਮੂਰਖਾਂ ਆਪੋ ਆਪਣੀ, 100 ਸਿਆਣਾ ਇੱਕੋ ਮਤ, ਮੂਰਖਾਂ ਆਪੋ ਆਪਣੀ। 100 ਸਿਆਣੇ ਬੰਦੇ ਦੀ ਸਿਆਣਪ ਇਹ ਹੋਈ ਹੈ ਕਿ ਉਹਨਾਂ ਦੀ ਮਤ ਇੱਕ ਹੋਵੇ, ਤੇ ਜਿਹੜਾ ਆਪੋ ਆਪ ਹੀ ਬੋਲਦੇ ਰਹਿੰਦੇ ਨੇ ਮੂਰਖਾਂ ਆਪੋ ਆਪਣੀ, ਇਹਨਾਂ ਨੂੰ ਮੂਰਖਾਂ ਦੀ ਸ਼੍ਰੇਣੀ ਦੇ ਵਿੱਚੋਂ ਗਿਣਿਆ ਜਾਂਦਾ ਹੈ। ਸਾਰੇ ਇਕੱਠੇ ਹੋਏ ਨਗਰ ਦੇ ਕਲਗੀਧਰ ਮਹਾਰਾਜ ਦੀ ਗੱਲ ਨੂੰ ਕੌਣ ਸੁਣੇ? ਨਹੀਂ ਮਹਾਰਾਜ, ਤੁਸੀਂ ਤੇ ਬਹੁਤ ਮਾੜਾ ਕਰਮ ਕੀਤਾ। ਕਲਗੀਧਰ ਮਹਾਰਾਜ ਜੀ ਕਹਿਣ ਲੱਗੇ, ਚਲੋ ਹੁਣ ਇਹ ਇੰਜ ਨਹੀਂ ਸਮਝਦੇ, ਇੰਜ ਨਹੀਂ ਸਮਝਣਗੇ। ਉਹ ਨਗਰ ਦੇ ਲੋਕਾਂ ਨੂੰ ਕਲਗੀਧਰ ਮਹਾਰਾਜ ਕਹਿਣ ਲੱਗੇ, ਭਾਈ ਇਹ ਤੇ ਅਸੀਂ ਚੱਲੇ ਜਾ ਰਹੇ ਸੀ, ਘੋੜੇ ਦੇ ਪੌੜ ਦੇ ਥੱਲੇ ਆ ਗਿਆ, ਪਰ ਜੇ ਆ ਸਾਰੇ ਹੀ ਕਬੂਤਰ ਮਰ ਜਾਣ ਫਿਰ ਤੁਸੀਂ ਕੀ ਕਰ ਲਓਗੇ? ਜਦੋਂ ਕਲਗੀਧਰ ਮਹਾਰਾਜ ਨੇ ਵਚਨ ਕੀਤਾ, ਚੋਗਾ ਚੁਗਦੇ ਚੁਗਦੇ ਸਾਰੇ ਦੇ ਸਾਰੇ ਕਬੂਤਰ ਉਸੇ ਜਗ੍ਹਾ ਤੇ ਖਤਮ ਹੋ ਗਏ। ਵਚਨ ਜੋ ਕਲਗੀਧਰ ਮਹਾਰਾਜ ਦਾ ਹੋਇਆ। ਪਰ ਅਕਾਲ ਪੁਰਖ ਦਾ ਘਰ ਕਿਸੇ ਨੂੰ ਮਾਰਦਾ ਨਹੀਂ ਹੈ, ਮਾਰਦਾ ਨਹੀਂ ਹੈ। ਇੱਥੇ ਤੇ ਮੋਇਆਂ ਦੇ ਵਿੱਚ ਸਵਾਸ ਪਾਏ ਜਾਂਦੇ ਨੇ। ਮਿਰਤ ਕਉ ਜੀਵਾਲਨਹਾਰ, ਭੁੱਖੇ ਕਉ ਦੇਵਤ ਆਧਾਰ। ਮੋਇਆਂ ਦੇ ਵਿੱਚ ਸਵਾਸ ਪਾਏ ਜਾਂਦੇ ਨੇ। ਜਦ ਸਾਰੇ ਦੇ ਸਾਰੇ ਕਬੂਤਰ ਮਰ ਗਏ, ਨਗਰ ਖੇੜੇ ਦੇ ਲੋਕ ਇਹਨਾਂ ਸਭ ਦੇ ਸਭ ਜਵਾਨਾਂ ਬੰਦ ਹੋ ਗਈਆਂ ਨੇ। ਕਬੂਤਰਾਂ ਨੂੰ ਬੜਾ ਪਿਆਰ ਕਰਦੇ ਸੀ। ਠੀਕ ਹੈ, ਜਿੰਨੀ ਕਾਇਨਾਤ ਪਰਮਾਤਮਾ ਨੇ ਤਿਆਰ ਕੀਤੀ ਹੈ,
सृष्टि साजी है, सारी कायनात नूं सारी सृष्टि नूं प्यार करना मनुख दा कम है, करे जी सदके करे। पर किसी नूं इन्ना भी प्यार ना करे कि बाकी दे जिहड़े है उन्हां सारियां तो नफरत मननी शुरू कर दित्ती। कदे कबूतरां नूं इन्ना भी प्यार ना करिए कि कलगीधर महाराज नूं ना पहचान सकीए। ये दुनिया करदी है। जानवरां दे विच अनेकां तरह के जानवरां दी पालन पोषणा करनी है। दुनिया दे विच अनेकां तरह के जानवर ते पर अकाल पुरख महाराज जियां दे बचनां नूं बिल्कुल भी चेते नहीं रखिया, बिल्कुल भुल गए ने। जानवर रखे ने उन्हां वास्ते 24 घंटिया के विचों 20 घंटे भी बंदा काम कर सकता है। अकाल पुरख महाराज जियां दे घर वास्ते ये तो अद्धा घंटा भी कढ़ना बड़ा मुश्किल की गल हो जाती है। नहीं कढ़दा, नहीं कढ़दा। अद्धा घंटा 24 घंटिया के विचों बैठ के सिमरन बंदगी नहीं कर सकता। तो जिहो जे जानवरां दे विच बंदा रहिंदा है, जिहो जा नेहो हुंदा है, उहदा दिल भी उन्हां वर्गा ही बन जाता है। लगातार जिहड़े पत्थरां दे विच रहिंदे ने, पत्थर दिल ने, उन्हां दे दिल भी पत्थरां वर्गे बन गए ने। लगातार निरंतर जिहड़े जानवरां दे विच रहिंदे ने, उन्हां नूं इन्ना नेहो करदे ने, इन्ना नेहो करदे ने कि परमात्मा दे घर नूं बिल्कुल ही विसारी बैठे ने, जानवरां वर्गे बन जांदे ने। बिल्कुल ही तमाम दुनिया दे विच आम गल है कि तू ते पशुआं दे विच रहिंदा, बिल्कुल ही पशुआं जैसा बन गया। ठीक है, जिन्नी कायनात है, जिन्नी सृष्टि है, सारी कायनात नूं सारी सृष्टि नूं साजी हुई नूं प्यार करो, इस गल विच कोई शक नहीं है। पर अकाल पुरख महाराज दे बचन नूं कदे ना भुलना। सारे कबूतर मर गए ते लोग खड़े देखते ने। कलगीधर महाराज कहन लगे भाई हुण की करिए। तो फिर पहले तो कलगीधर महाराज नूं बड़े बचन कहते सन, कोई कुछ बोलता है, कोई कुछ बोलता है, कोई कुछ बोलता सी। जदों सारे कबूतर लै हो गए, सारे हथ जोड़ के खड़ गए कि हुण ते इन्हां दे अगे हथ जोड़े सफले हो सकते ने। किते इंज ना होवे कि असीं भी कुछ बोल दईए तो सानू भी ये बचन कर देन, किते असीं भी इस धरती ते ना पए होईए। कलगीधर महाराज जी कहन लगे, कहंदे भाई परमात्मा दे घर दे विच मोया होया दे सवास पाए जा सकते हैं। ते कलगीधर महाराज ने जब सारिਆਂ ने हथ जोड़ ले ते फिर कलगीधर महाराज जियां ने बचन किया, कबूतरां नूं कहन लगे भाई ये नगर खेड़े दे लोकां ने मेहनत दा जेड़ा अपनी मेहनत कर करके किरत कमाई दे विचों चोगा तुहाडे वास्ते पाया है, तुसी इंज ना करो, उठ के अपना चोगा चुग लो। कलगीधर महाराज ने बचन किए, सारे कबूतर उठ खड़े, पर जेड़ा कलगीधर महाराज दे घोड़े दे पौड़ थले आया सी, ऐ कबूतर नहीं उठिया, नहीं उठिया। हथ जोड़ के नगर दे लोग कहन लगे, महाराज आप जी ने महान कृपा कर दी। बड़े बागो बाग खुश हो गए जब कबूतर उन्हां दे जिउंदे हो गए। पर महाराज एक समझ नहीं आई कि जेड़ा तुहाडे घोड़े दे पौड़ थले कबूतर आया सी, ऐ नहीं जांदा होया, बाकी ते सारे ही उठ खड़े ने। गुरु कलगीधर महाराज कहन लगे, ऐ नगर दे लोगों, असीं लम्मे अरसे तो जगत दा भरमन करदे करदे इस कबूतर दे कारण करके तुहाडे नगर खेड़े विच आए सी। लम्मे टाइम दी इस दे आत्मा भटकदे फिरदी सी जोनियां दे विच। इस कबूतर दे आत्मा नूं सचखंड बैकुंठ धाम तक अपनाउण वास्ते असीं तुहाडे नगर खेड़े दे विच आए सी। इहदा अज समा पूरा हो गया। ये अपने शरीर नूं छड्ड के इहदी आत्मा अज सचखंड प्याना कर गई है। ये भी कोई साडे घर दा भुलिया होया लम्मे अरसे तो लैके जोनियां दे विच आ रहा सी।
ਤੋ ਇਸ ਵਾਸਤੇ ਅਸੀਂ ਤੁਹਾਡੇ ਨਗਰ ਖੇੜੇ ਦੇ ਵਿੱਚ ਆਏ। ਤੋ ਕਲਗੀਧਰ ਮਹਾਰਾਜ ਨੇ ਜਿਉਂ ਹੀ ਬਚਨ ਕੀਤਾ, ਸੁਰਤ ਕਰਕੇ ਹਜ਼ਾਰਾਂ ਕਬੂਤਰਾਂ ਦੀ ਉਡਾਰ ਦੇ ਵਿੱਚੋਂ ਸੁਰਤ ਕਰਕੇ ਕਲਗੀਧਰ ਮਹਾਰਾਜ ਨੇ ਉਸੇ ਕਬੂਤਰ ਦੀ ਪਹਿਚਾਣ ਕਰ ਲਈ ਜਿਹੜਾ ਸੁਰਤ ਕਰਕੇ ਪਰਮਾਤਮਾ ਦੇ ਘਰ ਨਾਲ ਜੁੜਿਆ ਹੋਇਆ ਸੀ, ਪਰ ਦੇਹੀ ਮਿਲੀ ਸੀ ਕਬੂਤਰ ਵਾਲੀ, ਦੇਹੀ ਮਿਲ ਗਈ ਸੀ ਕਬੂਤਰ ਦੀ। ਇੱਕ ਦਾ ਉਧਾਰ ਕਰਨ ਵਾਸਤੇ ਉਧਾਰ ਕਿਸ ਦਾ ਕਰਨਾ ਹੈ? ਤੋ ਅਕਾਲ ਪੁਰਖ ਮਹਾਰਾਜ ਜੀ ਕਹਿੰਦੇ ਸ੍ਰੇਸ਼ਟ ਜੀਵਨ ਦੀ ਤਲਾਸ਼ ਵਿੱਚ ਤੂੰ ਪਰਮਾਤਮਾ ਦੇ ਘਰ ਦੇ ਵਿੱਚ ਆਉਣਾ ਹੈ। ਤੇ ਇਹ ਜਿਹੜਾ ਤੇਰਾ ਜੀਵਨ ਤੈਨੂੰ ਮਿਲਿਆ ਹੋਇਆ ਹੈ, ਇਸ ਜੀਵਨ ਤੋਂ ਵੀ ਇੱਕ ਅਗਾਹਾਂ ਜੀਵਨ ਹੈ ਜਿਹੜਾ ਸ੍ਰੇਸ਼ਟ ਜੀਵਨ ਮੰਨਿਆ ਗਿਆ ਹੈ। ਇਹ ਤੋਂ ਸਾਰਾ ਉੱਪਰਲਾ ਜੀਵਨ ਹੈ। ਸੁੱਖ ਤੇ ਦੁੱਖ ਤੋਂ, ਸਵਰਗ ਤੇ ਨਰਕ, ਦਿਨ ਅਤੇ ਰਾਤ ਤੋਂ, ਇਹ ਸਾਰਿਆਂ ਤੋਂ ਜਿਹੜਾ ਉੱਪਰਲਾ ਜੀਵਨ ਹੈ ਉਹਨੂੰ ਸ੍ਰੇਸ਼ਟ ਜੀਵਨ ਕਹਿੰਦੇ ਨੇ। ਉਹ ਜੀਵਨ ਦੀ ਤਲਾਸ਼ ਦੇ ਵਿੱਚ ਅਸੀਂ ਪਰਮਾਤਮਾ ਦੇ ਘਰ ਦੇ ਵਿੱਚ ਨਿਤ ਗੁਰੂ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕਰਦੇ ਹਾਂ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਹਰ ਇੱਕ ਪ੍ਰਾਣੀ ਨੂੰ ਜਿਸ ਦੇ ਆਤਮਾ ਕਰਕੇ, ਮਨ ਕਰਕੇ ਪਰਮਾਤਮਾ ਦੇ ਘਰ ਦੇ ਵਿੱਚ ਜਿਹੜੇ ਆਪਣੇ ਹਾਜ਼ਰੀ ਲਵਾਉਂਦੇ ਨੇ, ਗੁਰੂ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਸ੍ਰੇਸ਼ਟ ਜੀਵਨ ਦੀ ਬਖਸ਼ਿਸ਼ ਕਰਨ। ਸਮਾਪਤੀ ਦਾ ਸਮਾਂ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।